ਸਾਧੂ ਸੰਗਤ ਜੀਓ, ਇੱਕ ਓਂਕਾਰ ਨੂੰ ਆਪਣੀ ਸੁਰਤ ਵਿੱਚ ਲਿਆਂਦੇ ਹੋਏ ਫਤਿਹ ਦਾ ਜਵਾਬ ਦੇ ਨਾਲ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਵਿੱਚ ਜੋ ਤੁਹਾਨੂੰ ਪਤਾ ਹੀ ਹੈ, ਨਿਊਟਨ ਦੇ ਵਿੱਚ ਹੋ ਕੇ ਹਟਿਆ ਕਨੈਟੀਕਟ ਦੇ ਵਿੱਚ। ਆਲਰੇਡੀ ਸਾਡੇ ਓਬਵੀਅਸਲੀ ਸਿੱਖਾਂ ਦੇ ਵਿੱਚ ਵੀ ਬਿਕਾਜ਼ ਆਫ ਵਾਟ ਹੈਪਨ ਇਨ ਓਕਵਿਲ ਤੇ ਪੂਰੇ US ਦੇ ਵਿੱਚ, ਇਨਫੈਕਟ ਵਰਲਡ ਵਾਈਡ ਇਹ ਫਿਨੋਮੀਨਾ ਫਿਰ ਡਿਸਕਸ਼ਨ ਸ਼ੁਰੂ ਹੋ ਰਿਹਾ। ਤੁਸੀਂ CNN ਤੇ ਵੀ ਦੇਖਿਆ ਹੋਣਾ, MSNBC ਤੇ Fox, whichever channel you like, ਕਿ ਸਾਰੀਆਂ ਇਹ ਫਿਰ ਗੱਲਾਂ ਤੁਰ ਪਈਆਂ ਨੇ। NRA ਦਾ ਵੀ ਸਟੇਟਮੈਂਟ ਵਿਦਿਨ ਕਪਲ ਆਫ ਆਵਰਸ ਆ ਗਿਆ ਸੀ, we have no comments until we find out more। ਸਟੈਂਡਰਡ ਆਨਸਰ ਜਿਹੜਾ ਉਹਨਾਂ ਦਾ ਹੁੰਦਾ। ਅਸੀਂ ਵੀ ਜਿਹੜੇ ਗੁਰਦੁਆਰੇ ਆਉਂਦੇ ਆ, ਸਾਨੂੰ ਵੀ ਇਸ ਗੱਲ ਬਾਰੇ ਸੋਚਣਾ ਪੈਣਾ ਕਿ ਜਿਹੜਾ ਕਲਚਰ ਡਿਵੈਲਪ ਹੋ ਰਿਹਾ ਸਾਡੇ ਆਲੇ ਦੁਆਲੇ, ਇਹ ਇੱਕ ਸੈਂਸਲੈਸ ਵਾਇਲੈਂਸ ਦਾ, what should be the Sikh response to it? ਦਸੰਬਰ ਦਾ ਮਹੀਨਾ ਛੋਟੇ ਸਾਹਿਬਜ਼ਾਦਿਆਂ ਨਾਲ, ਵੱਡੇ ਸਾਹਿਬਜ਼ਾਦਿਆਂ ਨਾਲ, ਮਾਤਾ ਗੁਜਰੀ ਨਾਲ ਜੁੜਿਆ ਹੋਇਆ, ਸ਼ਹਾਦਤਾਂ ਨਾਲ। ਸਿੱਖਾਂ ਨੂੰ ਉਸ ਐਂਗਲ ਤੋਂ ਵੀ ਦੇਖਣਾ ਪੈਣਾ ਕਿ when we face these challenges in our homeland, ਤੇ ਜਦ ਗੁਰਬਾਣੀ ਦੇ ਐਂਗਲ ਤੋਂ, ਸਾਡੇ ਇਤਿਹਾਸ ਦੇ ਐਂਗਲ ਤੋਂ ਕਿਹੜੇ ਰਿਸਪੌਂਸਿਸ ਦਿੱਤੇ ਗਏ ਸੀ ਜਦ ਇਸ ਤਰ੍ਹਾਂ ਦੀ ਸੈਂਸਲੈਸ ਵਾਇਲੈਂਸ ਦੇਖੀ ਜਾ ਰਹੀ ਸੀ। ਐਂਡ ਦੈਨ ਥਰਡ ਲੈਵਲ ਤੇ ਜਿਹੜੀ ਅਸੀਂ ਅੱਜ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜੋ ਗੁਰਬਾਣੀ ਵਿੱਚ ਆ ਰਿਹਾ, ਜੋ ਸਾਡੇ ਇਤਿਹਾਸ ਵਿੱਚ ਆ ਰਿਹਾ, ਹਾਊ ਡੂ ਵੀ ਮੇਕ ਦੈਟ ਐਪਲੀਕੇਬਲ ਇਨ ਦਸੰਬਰ 2012। ਕਿਉਂਕਿ ਜੇ ਸਿਰਫ ਅਸੀਂ, ਤੁਸੀਂ ਸੁਣਿਆ ਹੀ ਹੋਣਾ, ਪ੍ਰੈਜ਼ੀਡੈਂਟ ਓਬਾਮਾ ਨੇ ਵੀ ਜਿਹੜਾ ਸਟੇਟਮੈਂਟ ਦਿੱਤਾ ਹੈਗਾ ਹੁਣੇ, ਜਿਹੜੀ ਹਾਰਟ ਬ੍ਰੇਕਿੰਗ ਦੀ ਗੱਲ ਚੱਲ ਰਹੀ ਆ, ਟੀਅਰਸ ਦੀ ਗੱਲ ਚੱਲ ਰਹੀ ਆ। Let me tell you, nowhere in the history of the world these things are emotions, but they don't change anything। ਕਿਤੇ ਵੀ ਜੇ ਕੁਝ ਚੇਂਜ ਹੁੰਦਾ ਉਹਦੇ ਬਾਰੇ, ਜੇ ਅਸੀਂ ਸਿੱਖ ਪਰਸਪੈਕਟਿਵ ਸਪੈਸ਼ਲੀ ਲੈਣਾ, ਪਾਲਿਸੀ ਚੇਂਜ ਜਦ ਹੁੰਦੇ ਨੇ ਤਾਂ ਚੀਜ਼ਾਂ ਚੇਂਜ ਹੁੰਦੀਆਂ ਨੇ। ਤੇ ਜਿਹੜੀ ਇੱਕ ਪਾਵਰ ਆਫ ਪ੍ਰੇਅਰ ਹੈ, ਉਹਦਾ ਵੀ ਬਹੁਤ ਵੱਡਾ ਹੱਥ ਹੈ ਸਿੱਖ ਇਤਿਹਾਸ ਵਿੱਚ, ਸਿੱਖ ਕਲਚਰ ਦੇ ਵਿੱਚ। ਸੋ ਜੇ ਅਸੀਂ ਆਪਣੇ ਸਕੂਲਾਂ ਵਿੱਚ ਵੀ ਸੇਫ ਨਹੀਂ ਹੈਗੇ, ਜੋ ਹੋ ਕੇ ਹਟਿਆ ਹੁਣੇ ਨਿਊਟਨ ਦੇ ਵਿੱਚ, ਜੇ ਅਸੀਂ ਮੂਵੀ ਦੇਖਣ ਜਾ ਰਹੇ ਹਾਂ ਉੱਥੇ ਵੀ ਸੇਫ ਨਹੀਂ ਹੈਗੇ, ਜੋ ਕੋਲੋਰਾਡੋ ਹੋ ਕੇ ਹਟਿਆ ਇਸੇ ਸਾਲ ਦੇ ਵਿੱਚ, ਜੇ ਗੁਰਦੁਆਰੇ ਵਿੱਚ ਵੀ ਅਸੀਂ ਸੇਫ ਨਹੀਂ ਹੈਗੇ, ਜੋ ਓਕਵਿਲ ਹੋ ਕੇ ਹਟਿਆ। ਮੈਂ ਇਹਨੂੰ ਇਤਿਹਾਸ ਨਾਲ ਜੋੜਾਂਗਾ ਕਿ ਜੇ ਤੁਹਾਡੇ ਘਰ ਦੇ ਵਿੱਚ ਵੀ ਤੁਸੀਂ ਸੇਫ ਨਹੀਂ ਹੈਗੇ, which is what our history is, 84 ਦੇ ਵਿੱਚ ਵੀ, ਪਹਿਲਾਂ ਘੱਲੂ ਘਾਰਿਆਂ ਦੇ ਵਿੱਚ ਵੀ, ਜੇ ਤੁਹਾਡਾ ਕੁੱਕ ਨੂੰ ਵੀ ਤੁਸੀਂ ਟਰਸਟ ਨਹੀਂ ਕਰ ਸਕਦੇ, ਜੋ ਛੋਟੇ ਸਾਹਿਬਜ਼ਾਦਿਆਂ ਨਾਲ ਜੁੜੀ ਹੋਈ ਆ, ਫਿਰ ਕਿਹੜਾ এনवायरमेंट ਸਾਡੇ ਲਈ ਸੇਫ ਹੈਗਾ? Where are we safe? I mean, this is a pertinent question। ਇਹ ਸਿਰਫ ਅਮਰੀਕਾ ਵਿੱਚ ਨਹੀਂ ਉਠਾਇਆ ਜਾ ਰਿਹਾ, ਬਟ ਸਾਡੇ ਸਿੱਖ ਐਂਗਲ ਤੋਂ ਤਾਂ ਇਹ ਪਹਿਲੇ ਦਿਨ ਤੋਂ ਗੁਰੂ ਨਾਨਕ ਸਾਹਿਬ ਨੇ ਉਠਾਇਆ ਹੋਇਆ ਕਿ ਅਸੀਂ ਇਸ ਵਰਲਡ ਨੂੰ ਸੇਫ ਕਿਵੇਂ ਕਰੀਏ। ਆਪਣੇ ਘਰ ਨੂੰ, ਜਿੱਥੇ ਅਸੀਂ ਪੜ੍ਹਨਾ ਜਾ ਕੇ ਉੱਥੇ, ਜਿੱਥੇ ਅਸੀਂ ਰੱਬ ਨੂੰ ਯਾਦ ਕਰਨਾ ਉੱਥੇ, ਦੁਨੀਆ ਵਿੱਚ ਜਿੱਥੇ ਵੀ ਅਸੀਂ ਵਿਚਰਨਾ, ਹਾਊ ਡੂ ਵੀ ਮੇਕ ਦਿਸ ਵਰਲਡ ਅ ਸੇਫਰ ਪਲੇਸ। ਤੇ ਇਹ ਸਿਰਫ ਇੱਕ ਸ਼ਰਧਾਂਜਲੀਆਂ ਦੇ ਕੇ ਨਹੀਂ ਹੁੰਦਾ। ਸ਼ਰਧਾਂਜਲੀ ਇੱਕ ਇਮੋਸ਼ਨਲ ਗੱਲ ਹੈ, ਇਹ ਕਰਨੀ ਹੈ, ਬਟ ਕੱਲੀ ਸ਼ਰਧਾਂਜਲੀ ਨਾਲ ਕਦੇ ਵੀ ਪਾਲਿਸੀਜ਼ ਚੇਂਜ ਨਹੀਂ ਹੋਈਆਂ। ਤੁਸੀਂ ਦੇਖ ਲਓ ਇਸ ਸਾਲ ਅਮਰੀਕਾ ਵਿੱਚ ਵੀ ਕਿੰਨੀਆਂ ਹੋਈਆਂ ਨੇ, ਕੁਝ ਚੇਂਜ ਨਹੀਂ ਹੋਇਆ, ਨਾਟ ਅ ਸਿੰਗਲ ਪਾਲਿਸੀ ਵਾਸ ਚੇਂਜ। ਸੋ ਚੇਂਜ ਲਿਆਉਣ ਦੇ ਲਈ, ਜੇ ਰਿਐਲਿਟੀ ਨੂੰ ਅਸੀਂ ਚੇਂਜ ਕਰਨਾ, ਜੇ ਆਪਣੇ ਆਪ ਨੂੰ ਅਸੀਂ ਵਾਕਈ ਸੇਫ ਕਰਨਾ ਹੈਗਾ, ਕੀ ਕਰੀਏ? ਦਿਸ ਇਜ਼ ਅ ਕੁਐਸਚਨ, ਵਾਟ ਸ਼ੁੱਡ ਵੀ ਡੂ? ਸਿੱਖ ਨਜ਼ਰੀਏ ਤੋਂ ਸਪੈਸ਼ਲੀ ਅਸੀਂ ਕੀ ਕਰੀਏ? ਕਿਉਂਕਿ ਕਈ ਵਾਰ ਸਾਡੀ ਇਹ ਵੀ ਪ੍ਰੋਬਲਮ ਹੋ ਜਾਂਦੀ ਹੈ, ਅਸੀਂ ਹੋਰ ਨਜ਼ਰੀਏ ਤਾਂ ਇਕੱਠੇ ਕਰ ਲੈਂਦੇ ਆ ਕਿ ਅਮਰੀਕਨਸ ਕੀ ਕਹਿ ਰਹੇ ਨੇ, NRA ਕੀ ਕਹਿ ਰਹੀ ਆ, ਗਨ ਕੰਟਰੋਲ ਲੈਵੀ ਕੀ ਕਹਿ ਰਹੀ ਆ, ਬ੍ਰੇਡੀ ਬਿੱਲ ਵਾਲੇ ਕੀ ਕਰਨਾ ਚਾਹੁੰਦੇ ਨੇ, ਬ੍ਰੇਡੀ ਸੈਂਟਰ ਵਾਲੇ। ਬਟ ਕਦੇ ਅਸੀਂ ਇਹ ਵੀ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਇਹਦੇ ਬਾਰੇ ਕੀ ਕਹਿ ਰਹੇ ਨੇ, ਸਾਡਾ ਆਪਣਾ ਇਤਿਹਾਸ ਇਹਦੇ ਬਾਰੇ ਕੀ ਕਹਿ ਰਿਹਾ। ਤੇ ਵਾਕਈ ਜੇ ਤੁਸੀਂ ਤੇ ਮੈਂ ਸਿੱਖੀ ਦੇ ਵਾਰਿਸ ਆਪਣੇ ਆਪ ਨੂੰ ਅਖਾਉਂਦੇ ਆ, ਫਿਰ ਸਾਡਾ ਹੁਣ ਕੀ ਕਰਨ ਦਾ ਬਣਦਾ? What should we do today from a Sikh perspective? ਅਸੀਂ ਆਪਣੀ ਕੰਟਰੀਬਿਊਸ਼ਨ ਕਿਵੇਂ ਐਡ ਕਰੀਏ ਦੁਨੀਆ ਦੇ ਵਿੱਚ? ਸੋ ਇੱਥੇ ਗੱਲ ਮੈਂ ਸ਼ੁਰੂ ਕਰਾਂਗਾ। ਹੁਣੇ ਆਸਾ ਕੀ ਵਾਰ ਦਾ ਲਾਸਟ ਚੱਕਾ ਜਦ ਸ਼ਲੋਕ ਪੜਿਆ ਗਿਆ, ਉਸ ਵੇਲੇ ਮੈਂ ਆਇਆ ਸੀ ਤੇ ਉੱਥੇ ਇੱਕ ਲਾਈਨ ਆਈ ਸੀਗੀ, ਇੱਕ ਨੀ ਦੁੱਧ ਸਮਾਈਆਂ, ਇੱਕ ਚੁੱਲ੍ਹੇ ਰਹਿਣ ਚੜੇ। ਇਹ ਤਾਂ ਲੈ ਕੇ ਚੱਲੋ, ਇਹ ਗੁਰਬਾਣੀ ਵਿੱਚ ਆ ਗਿਆ। ਗੁਰੂ ਨਾਨਕ ਸਾਹਿਬ ਆਪਣਾ ਕਥਨ ਦਾ ਕਿ there are certain vessels, ਭਾਂਡੇ ਜਿਹੜੇ ਨੇ, ਭਾਂਡਾ is analogy for human body। ਕਹਿੰਦੇ ਕਈ ਹਿਊਮਨ ਬੋਡੀਜ਼ ਨੇ ਜਿਹੜੀਆਂ ਇੰਨੀਆਂ ਪਵਿੱਤਰ ਨੇ ਜਿਹਦੇ ਵਿੱਚ ਦੁੱਧ ਪਾਇਆ ਜਾ ਸਕਦਾ। ਤੁਹਾਨੂੰ ਪਤਾ, ਦੁੱਧ ਦੇ ਜੇ ਤੁਸੀਂ ਗੰਦੇ ਭਾਂਡੇ 'ਚ ਪਾ ਦਿਓ, ਉਹ ਖਰਾਬ ਹੋ ਜਾਂਦਾ। ਇਹ ਇੱਕ ਨੈਚੁਰਲ ਲਾਅ ਸਿਸਟਮ ਆਪਰੇਟ ਹੋ ਰਿਹਾ ਦੁਨੀਆ ਦੇ ਵਿੱਚ। ਇੱਕ ਨਹੀਂ ਦੁੱਧ ਸਮਾਈ ਹਨ ਕਿ ਇੱਕ ਬੋਡੀਜ਼ ਇਦਾਂ ਦੀਆਂ ਨੇ, ਇੱਕ ਵੈਸਲ ਇਦਾਂ ਦਾ ਜਿਹਦੇ ਵਿੱਚ ਦੁੱਧ ਪਾ ਕੇ ਰੱਖਿਆ ਜਾਂਦਾ, ਤੇ ਇੱਕ ਹੋਰ ਕਿਸਮ ਦਾ ਵੀ ਵੈਸਲ ਹੈਗਾ, ਭਾਂਡਾ ਹੈਗਾ, ਇੱਕ ਚੁੱਲ੍ਹੇ ਰਹਿਣ ਚੜੇ। ਚੁੱਲ੍ਹੇ 'ਤੇ ਚੜਨ ਦਾ ਭਾਵ ਹੈ ਕਿ ਤੁਹਾਨੂੰ ਪਤਾ ਅੱਗ ਜਿਹਦੇ ਵਿੱਚ ਬਲ ਰਹੀ ਹੈ, ਕਾਲਸ ਜਿਹਦੇ ਵਿੱਚ ਇਕੱਠੀ ਹੋ ਰਹੀ ਹੈ, ਦ ਇਗਨੋਰੈਂਸ, ਦ ਨੈਗੇਟਿਵਿਟੀ, ਦ ਡਾਰਕਨੈਸ ਇਜ਼ ਆਪਰੇਟਿੰਗ। ਸੋ ਇਹ ਅਸੀਂ ਲੈ ਕੇ ਚੱਲ ਰਹੇ ਹਾਂ। ਤੇ ਤੁਹਾਨੂੰ ਇਹ ਹੋਰ ਧਰਮਾਂ ਵਾਲੇ ਵੀ ਕਹਿੰਦੇ ਨੇ, ਬਟ ਗੁਰੂ ਨਾਨਕ ਸਾਹਿਬ ਨੇ ਬੜਾ ਕਲੀਅਰਲੀ ਦੱਸਿਆ ਕਿ ਇਹ ਇੱਕ ਰੱਬ ਦੀ ਖੇਡ ਆ। ਨੈਗੇਟਿਵਿਟੀ ਕਦੇ ਖਤਮ ਨਹੀਂ ਹੁੰਦੀ।
ਇਹ ਜਿਹੜਾ ਕਲਚਰ ਆਫ ਵਾਇਲੈਂਸ ਹੈ ਇਹ ਵੀ ਚੱਲਦਾ ਜਾ ਰਿਹਾ। ਮੈਂਟਲ ਲੈਵਲ ਦੀ ਵਾਇਲੈਂਸ ਚੱਲ ਰਹੀ ਆ, ਫਿਜ਼ੀਕਲ ਵਾਇਲੈਂਸ, ਘਰ ਦੇ ਵਿੱਚ ਅਬਿਊਜ਼, ਜੈਨੋਸਾਈਡਲ ਕੈਂਪੇਨਸ ਤੇ ਜਿਹੜੀ ਸੈਂਸਲੈਸ ਵਾਇਲੈਂਸ ਚਿਲਡਰਨ ਨੂੰ ਕਿਲ ਕਰਨ ਦੀ ਹੋਈ ਆ, ਇਹ ਤਾਂ ਚੱਲਦਾ ਰਹਿਣਾ। ਕੁਐਸਚਨ ਇਹ ਆ ਉਸੇ ਸ਼ਲੋਕ ਵਿੱਚ ਲਾਸਟ ਪਾਰਟ ਜਿਹੜਾ ਸੀਗਾ 4th ਲਾਈਨ ਵਿੱਚ ਸੀ ਕਿ ਜਿਹੜੀ ਉਹ ਨਦਰ ਹੈਗੀ, ਗ੍ਰੇਸ ਜਿਹਨੂੰ ਅਸੀਂ ਕਹਿ ਦਿੰਦੇ ਆ, ਕਿਰਪਾ ਵੀ ਕਹਿੰਦੇ ਆ, ਗੁਰਪ੍ਰਸਾਦ ਵੀ ਕਹਿੰਦੇ ਆ, ਕਿ ਜਿਹੜੇ ਮੰਨਦੇ ਨੇ ਕਿ ਅਸੀਂ ਗੁਰਪ੍ਰਸਾਦ ਲੱਭ ਰਹੇ ਆ, ਨਦਰ ਲੱਭ ਰਹੇ ਆ, ਉਹ ਫਿਰ ਇਹਨਾਂ ਚੀਜ਼ਾਂ ਦੇ ਪ੍ਰਤੀ ਕੀ ਕਰਨਗੇ। ਅਸੀਂ ਗੁਰਪ੍ਰਸਾਦ ਨੂੰ ਵੀ ਕੁਝ ਹੋਰ ਬਣਾ ਲਿਆ। ਆਪਾਂ ਇਨਫੈਕਟ ਗੁਰੂ ਨੂੰ ਬਲੇਮ ਲਾਉਂਦੇ ਰਹਿੰਦੇ ਆ, ਜਦ ਗੁਰੂ ਭਲੀ ਕਰੂ ਕੁਝ ਹੋ ਜਾਊਗਾ। ਗੁਰੂ ਤਾਂ ਭਲੀ ਕਰ ਰਿਹਾ। ਕੁਐਸਚਨ ਇਜ਼ ਵਾਟ ਆਰ ਯੂ ਡੂਇੰਗ। ਗੁਰੂ ਨਾਨਕ ਸਾਹਿਬ ਤੇ ਵੀ ਬੜੀ ਮਿਹਰ ਸੀਗੀ ਜਦ ਉਹਨਾਂ ਨੇ ਸੈਂਸਲੈਸ ਵਾਇਲੈਂਸ ਦੇਖੀ, ਕਿ ਉਹਨਾਂ ਨੇ ਸਾਰਿਆਂ ਨੂੰ ਇਹ ਕਿਹਾ ਸੀਗਾ ਹੁਣ ਬਹਿ ਕੇ ਨਾਮ ਜਪੋ, ਕਿ ਉਹਨਾਂ ਨੇ ਇਹ ਕਿਹਾ ਸੀ ਅਖੰਡ ਪਾਠ ਰੱਖੋ, ਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਕੈਂਡਲ ਲਾਈਟ ਵਿਜਲਸ ਕਰੋ। ਸਮਥਿੰਗ ਵੀ ਹੈਵ ਟੂ ਥਿੰਕ ਅਬਾਊਟ। ਜਦ ਵਾਇਲੈਂਸ ਹੋ ਰਹੀ ਆ, ਜਦ ਸੈਂਸਲੈਸ ਵਾਇਲੈਂਸ ਹੋ ਰਹੀ ਹੈ, ਜਦ ਇਨਜਸਟਿਸ ਦੀ ਕੈਂਪੇਨ ਚੱਲ ਰਹੀ ਆ, ਉਸ ਵੇਲੇ ਪਾਠ ਨਹੀਂ, ਪਾਠ ਤਾਂ ਅਸੀਂ ਰੋਜ਼ ਕਰਨਾ, ਨਾਮ ਤਾਂ ਅਸੀਂ ਰੋਜ਼ ਜਪਣਾ, ਬਟ ਜਦ ਇਸ ਤਰ੍ਹਾਂ ਦੇ ਕੰਮ ਹੋ ਰਹੇ ਨੇ ਉੱਥੇ ਸਾਡਾ ਰਿਸਪੌਂਸ ਦੇਣਾ ਬਣਦਾ, ਉੱਥੇ ਅਸੀਂ ਪਾਲਿਸੀਜ਼ ਨੂੰ ਚੇਂਜ ਕਰਾਉਣਾ। ਦੈਟਸ ਵਾਟ ਗੁਰੂ ਨਾਨਕ ਵਾਸ ਡੂਇੰਗ ਨਾ। ਇਹ ਤਾਂ ਮੈਂ ਇੱਕ ਐਨਾਲੋਜੀ ਅੱਜਕੱਲ ਹੋਰ ਯੂਜ਼ ਕਰਦਾ ਕਿ ਇੱਕ ਬੰਦਾ ਹੈਗਾ ਜਿਹੜਾ ਰੋਜ਼ ਸਵੇਰੇ ਉੱਠੇ, ਜਿਹੜੇ ਨਾਮ ਜਪਣ ਦੀ ਅਸੀਂ ਗੱਲ ਕਰਦੇ ਹਾਂ ਤੇ ਪਾਠ ਕਰਨ ਦੀ ਅਸੀਂ ਵੀ ਆਪਣਾ ਬਣਾ ਲਿਆ ਕਿ ਅਸੀਂ ਜੀ ਮੈਂ ਆਪਣਾ ਨਿਤਨੇਮ ਕਰ ਲਿਆ, ਮੈਂ ਨਾਮ ਜਪ ਲਿਆ, ਬਟ ਵਾਇਲੈਂਸ ਕੰਟੀਨਿਊ ਹੋ ਰਹੀ ਹੈ। ਇਹ ਤਾਂ ਉਸ ਤਰ੍ਹਾਂ ਹੈਗਾ ਕਿ ਇੱਕ ਸੋਲਜਰ ਕਵੇ ਕਿ ਮੈਂ ਜੀ ਆਪਣੀ ਗਨ ਰੋਜ਼ ਕਲੀਨ ਕਰਦਾ ਤੇ ਜਿੱਥੇ ਲੜਾਈ ਲੱਗੀ ਹੋਵੇ ਉੱਥੇ ਜਾਵੇ ਨਾ, ਫਿਰ ਉਹ ਸੋਲਜਰ ਨਹੀਂ, ਉਹ ਗਨ ਕਲੀਨਰ ਆ। ਅਸੀਂ ਵੀ ਕੁਝ ਗਨ ਕਲੀਨਰਸ ਬਣ ਗਏ ਆ, ਕਲੀਨਿੰਗ ਰੋਜ਼ ਲੱਗੇ ਹੋਏ ਆ। ਆਪਣੀ ਕੋਈ ਰਸਮਾਂ ਬਣਾ ਲੇ, ਰੀਤੀ ਰਿਵਾਜ ਬਣਾ ਲੇ, ਆਪਣੇ ਆਪਣੇ ਪਰਸਨਲ ਰੂਲਸ ਵੀ ਬਣਾਏ ਹੋਏ ਨੇ ਪ੍ਰੈਫਰੈਂਸ ਦੇ ਨਾਲ, ਬਟ ਜੇ ਲੜਾਈ ਲੱਗ ਜਾਂਦੀ ਹੈ ਉੱਥੇ ਪਹੁੰਚਦੇ ਨਹੀਂ। ਸੋ ਵੀ ਜਸਟ ਰਿਮੇਨ ਗਨ ਕਲੀਨਰਸ। ਲੜਾਈ ਲੱਗੀ ਹੋਈ ਹੈ ਪੂਰੀ ਦੁਨੀਆ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਵੀ ਲੱਗੀ ਹੋਈ ਹੈ। ਦੇयर इज अ ਮੈਂਟਲ ਅਬਿਊਜ਼, देयर इज अ ਫਿਜ਼ੀਕਲ ਅਬਿਊਜ਼ ਗੋਇੰਗ ਔਨ। ਸਾਈਕੋਲੋਜਿਸਟ ਨੂੰ ਜਾ ਕੇ ਪੁੱਛੋ ਕੀ ਉਹ ਦੱਸਦੇ ਨੇ ਸਾਨੂੰ, ਤੇ ਗੁਰਬਾਣੀ ਕਹਿ ਰਹੀ ਹੈ ਕਿ ਇਹਦਾ ਸੋਲੂਸ਼ਨ ਕੀ ਹੈ, ਤੇ ਉੱਥੋਂ ਆਪਾਂ ਆਈਡੀਆ ਲੱਭੀਏ। ਗੁਰੂ ਨਾਨਕ ਸਾਹਿਬ ਨੇ ਸਟੇਟਮੈਂਟ ਤਾਂ ਦੇਤਾ ਕਿ ਆਪਸ਼ਨ ਇਜ਼ ਯੋਰਸ whether you want to be a negative force or a positive force। ਤੁਸੀਂ ਦੁੱਧ ਵਾਲੇ ਭਾਂਡੇ ਬਣਨਾ ਜਾਂ ਚੁੱਲ੍ਹੇ ਤੇ ਚੜਨਾ, ਇਹ ਤਾਂ ਚੱਲਣਾ ਹੀ ਆ। ਦੋ ਹੀ ਆਪਸ਼ਨ ਨੇ। ਤੁਸੀਂ ਵੀ ਦੇਖਿਆ ਹੋਣਾ ਗੁਰਦੁਆਰਿਆਂ ਵਿੱਚ, ਘਰਾਂ ਵਿੱਚ ਵੀ ਕਈ ਕੰਪਲੇਨ ਹੀ ਕਰਦੇ ਰਹਿੰਦੇ ਨੇ, ਕਰਦੇ ਕੁਝ ਨਹੀਂ। ਨੈਗੇਟਿਵਿਟੀ ਇਹੀ ਹੁੰਦੀ ਹੈ ਨਾ, ਇਹ ਠੀਕ ਨਹੀਂ, ਇਹ ਠੀਕ ਨਹੀਂ, ਇਹ ਠੀਕ ਨਹੀਂ। ਵੈਲ ਵੀ ਨੋ ਦੈਟ, ਬਟ ਵਾਟ ਸ਼ੁਡ ਵੀ ਡੂ ਅਬਾਊਟ ਇਟ? ਹਾਊ ਮਚ ਟਾਈਮ ਵਿਲ ਯੂ ਗਿਵ ਫॉर ਇਟ? ਹਾਊ ਮਚ ਮਨੀ ਵਿਲ ਯੂ ਗਿਵ ਫॉर ਇਟ? ਦਿਸ ਇਜ਼ ਦ ਰੀਅਲ ਕੁਐਸਚਨ। ਵਿਚ ਪਾਲਿਸੀ ਸੈਂਟਰ ਆਰ ਯੂ ਵਰਕਿੰਗ ਟੂ ਚੇਂਜ ਦੈਟ ਪਾਲਿਸੀ? ਤੁਸੀਂ ਐਮਨੈਸਟੀ ਨਾਲ ਕੰਮ ਕਰਦੇ ਹੋ, ਹਿਊਮਨ ਰਾਈਟਸ ਵਾਚ ਨਾਲ ਕੰਮ ਕਰ ਰਹੇ ਹੋ, ਇਨਸਾਫ ਨਾਲ ਕੰਮ ਕਰ ਰਹੇ ਹੋ? ਜੇ ਨਹੀਂ ਕਰ ਰਹੇ ਹੋ ਫਿਰ ਅਸੀਂ ਰੌਲਾ ਪਾ ਰਹੇ ਹਾਂ, ਅਸੀਂ ਵੀ ਉਹ ਚੁੱਲ੍ਹੇ ਰਹਿਣ ਚੜੇ ਵਾਲਾ ਕੰਮ ਕਰ ਰਹੇ ਹਾਂ। ਸੋ ਵਾਟ ਡੂ ਵੀ ਡੂ? ਗੁਰਬਾਣੀ ਕਹਿੰਦੀ ਹੈ ਸਭ ਤੋਂ ਵੱਡਾ ਨੁਸਖਾ ਜੇ ਗੁਰਬਾਣੀ ਦੇ ਆਧਾਰ ਤੇ ਦੇਖੀ ਉਹ ਹੈਗਾ, ਇੱਕ ਬੜਾ ਬਿਊਟੀਫੁਲ ਸ਼ਬਦ ਹੈਗਾ, ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ, ਕਿਸ ਪੈ ਖੋਲੂ ਗੰਠੜੀ ਦੁਖੀ ਪਰਾਇਆ। ਕਹਿੰਦੇ ਜਦ ਮਾਈਂਡ ਬੰਦੇ ਦਾ ਫੌਰਨ ਹੋ ਜਾਂਦਾ, ਫੌਰਨ ਹੈ ਨਾ ਪ੍ਰਦੇਸ, ਮਤਲਬ ਆਪਣੇ ਦੇਸ਼ ਤੋਂ ਗਾਹਾਂ, ਮਤਲਬ ਜਿਹੜੀ ਸਾਡੀ ਰੀਅਲ ਸੈਲਫ ਆ, ਜਿਹੜਾ ਸਾਡਾ ਰੀਅਲ ਅੰਸ਼ ਆ, ਜਿਹੜਾ ਸਾਡਾ ਰੱਬੀ ਅੰਸ਼ ਹੈਗਾ, ਅਸੀਂ ਰੱਬ ਦੀ ਜੋਤ ਹੈਗੇ ਨਾ। ਸਾਨੂੰ ਕਿਸੇ ਬੰਦੇ ਦੀ ਜਾਂ ਕਿਸੇ ਕਲੈਨ ਦੀ ਜੋਤ ਨਹੀਂ ਬਣਾਇਆ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਅਸੀਂ ਬਣਾ ਲੈਨੇ ਆਪਣੇ ਲਾਸਟ ਨੇਮਸ ਦੇ ਨਾਲ। ਗੁਰੂ ਗ੍ਰੰਥ ਸਾਹਿਬ ਵਿੱਚ ਦੱਸਿਆ ਅਸੀਂ ਸਾਰੇ ਰੱਬ ਦਾ ਹਿੱਸਾ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਅਸੀਂ ਉਹਦੀ ਜੋਤ ਹੈਗੇ ਆ। ਵੀ ਆਰ ਆਲ ਡਿਵਾਈਨ। ਹੋ ਕੀ ਰਿਹਾ? ਮਾਈਂਡ ਦੇ ਵਿੱਚ ਸਾਡੀ ਇਹ ਡਿਵਿਨਿਟੀ ਖਤਮ ਹੋ ਗਈ ਆ। ਸਾਡੀ ਇੰਡੋਕਟ੍ਰਿਨੇਸ਼ਨ ਹੋਰ ਕਿਸਮ ਦੀ ਚੱਲ ਰਹੀ ਹੈ ਦੁਨੀਆ ਦੇ ਵਿੱਚ, ਫਿਰ ਸਾਨੂੰ ਹਿੱਸਿਆਂ ਵਿੱਚ ਵੰਡਿਆ ਜਾ ਰਿਹਾ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਆ ਰਿਹਾ ਕਿ ਜਿਹਦਾ ਮਾਈਂਡ ਫੌਰਨ ਹੋ ਗਿਆ, ਜਿਹਦੀ ਸੋਚਣੀ ਬਦਲ ਗਈ, ਜਿਹੜੀ ਸੋਚਣੀ ਜਿਹਦੀ ਨੈਗੇਟਿਵ ਹੋ ਗਈ, ਫਿਰ ਕਹਿੰਦੇ ਕਿਸ ਪੈ ਖੋਲੋ ਗੰਠੜੀ ਦੁਖੀ ਪਰਾਇਆ। ਜਿੱਥੇ ਮਰਜੀ ਤੁਸੀਂ ਆਪਣੀ ਗੱਲਾਂ ਸ਼ੁਰੂ ਕਰੋ। ਗੰਠੜੀ ਇਜ਼ ਅਗੇਨ ਐਨਾਲੋਜੀ ਕਿ ਵੇਅਰਐਵਰ ਯੂ ਹੈਵ ਅ ਕਨਵਰਸੇਸ਼ਨ, ਆਪਣੇ ਆਫਟਰ ਡਿਨਰ ਸਪੀਚਸ ਘਰ ਵਿੱਚ ਹੋ ਰਹੀਆਂ ਨੇ, ਗੁਰਦੁਆਰੇ ਵਿੱਚ ਹੋ ਰਹੀਆਂ ਨੇ, MSNBC ਤੇ ਜਾਂ ਫੌਕਸ ਤੇ ਹੋ ਰਹੀਆਂ ਨੇ, ਉੱਥੇ ਹੀ ਗੱਲ ਚੱਲ ਰਹੀ ਹੈ। ਪੇਨਸ ਕਿਹੜੇ ਕਿਹੜੇ ਕੱਢ ਕੇ ਦਿਖਾਈਏ, ਸਾਰੇ ਦੁਖੀ ਨਿਕਲਣਗੇ ਕਿਉਂਕਿ ਮਾਈਂਡ ਫੌਰਨ ਹੋ ਗਿਆ ਹੈਗਾ। 95% ਆਫ ਦ ਸ਼ਬਦਸ ਇਨ ਗੁਰਬਾਣੀ ਦੇ ਯੂਜ਼ ਦ ਵਰਡ ਮਨ। ਮਨ ਹੈਜ਼ ਟੂ ਡੂ ਵਿਦ ਕਿ ਜਿੱਥੋਂ ਥਾਟਸ ਪੈਦਾ ਹੋ ਰਹੇ ਨੇ। ਤੁਸੀਂ ਹੁਣ ਵੀ ਦੇਖੋਗੇ ਜਿਹੜਾ ਪਰਸਨ ਵੀ ਹੋ ਕੇ ਹਟਿਆ, ਉਹ ਕਹਿ ਰਹੇ ਨੇ ਮੈਂਟਲ ਡਿਸਆਰਡਰ ਕਰਕੇ ਹੋ ਰਿਹਾ। ਜੋ ਓਕਵਿਲ ਵਿੱਚ ਹੋਇਆ, ਜਿੱਥੇ ਵੀ ਕਿਤੇ ਸੈਂਸਲੈਸ ਵਾਇਲੈਂਸ ਹੁੰਦੀ ਆ, ਬੰਦੇ ਦਾ ਇੱਕ ਪਾਰਟਿਕੂਲਰ ਸੋਚਣੀ ਪੈਦਾ ਹੋਈ ਹੁੰਦੀ ਆ। ਕਈਆਂ ਦੇ ਵਿੱਚ ਉਹਨੂੰ ਅਸੀਂ ਰੇਸਿਜ਼ਮ ਕਹਿ ਦਿੰਦੇ ਆ, ਕਈਆਂ ਵਿੱਚ ਅਸੀਂ ਉਹਨੂੰ ਸੈਕਸਿਜ਼ਮ ਕਹਿ ਦਿੰਦੇ ਆ। ਬੇਸਿਕਲੀ ਬੰਦੇ ਦਾ ਦੁਨੀਆ ਨੂੰ ਦੇਖਣ ਦਾ ਤਰੀਕਾ ਬਦਲਿਆ ਹੁੰਦਾ। ਤੇ ਗੁਰਬਾਣੀ ਕਹਿ ਰਹੀ ਹੈ ਕਿ ਜਿਹੜਾ ਮਾਈਂਡ ਇਸ ਤਰ੍ਹਾਂ ਬਦਲ ਗਿਆ, ਜਿਹੜਾ ਆਪਣੇ ਮਾਈਂਡ ਦੇ ਨਾਲ ਦੋਸਤੀ ਨਹੀਂ ਪਾਇਆ, ਉਹ ਫੋਰਨਰ ਹੋ ਗਿਆ। ਕਹਿੰਦਾ ਉੱਥੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਉੱਥੇ ਤਾਂ ਦੁੱਖ ਨਿਕਲਣੇ ਨਹੀਂ ਨਿਕਲਣਗੇ। ਗੁਰੂ ਨਾਨਕ ਸਾਹਿਬ ਦਾ ਇੱਕ ਹੋਰ ਸ਼ਬਦ ਹੈ ਗੁਰਬਾਣੀ ਤੋਂ ਆਈਡੀਆ ਲੈ ਕੇ ਫਿਰ ਹਿਸਟਰੀ ਵਿੱਚ ਚੱਲਾਂਗੇ, ਜਿੱਥੇ ਉਹ ਦੁੱਖਾਂ ਦੀ ਗੱਲ ਕਰ ਰਹੇ ਨੇ ਕਿ ਕਿਹੜੇ ਕਿਹੜੇ ਦੁੱਖ ਲਾਈਫ ਵਿੱਚ ਆ ਰਹੇ ਨੇ। ਜਿਵੇਂ ਆਪਾਂ ਨੂੰ ਵੀ ਹੁਣ ਦੁੱਖ ਲੱਗ ਰਿਹਾ ਨਾ, ਕੀ ਹੋਇਆ? ਨਿੱਕੀਆਂ ਜੀਆਂ ਜਾਂਦਾਂ ਉੱਤੇ 6 ਤੇ 7 ਸਾਲ ਦੇ ਬੱਚੇ ਸੀ ਨਾ ਉਹ ਸਾਰੇ, ਤੇ ਉਹਨਾਂ ਦੇ ਟੀਚਰਸ ਜਿਨ੍ਹਾਂ ਨੂੰ ਮਾਰਿਆ।
ਸਾਨੂੰ ਵੀ ਬੜਾ ਪੇਨ ਫੀਲ ਹੁੰਦਾ ਕਿ ਇਹਨਾਂ ਨੇ ਅਜੇ ਦੁਨੀਆ ਨਹੀਂ ਦੇਖੀ ਸੀ, ਇਹ ਤਾਂ ਉਹ ਫੁੱਲ ਨੇ ਅਜੇ ਸ਼ੁਰੂ ਹੋ ਰਹੇ ਸੀ ਤੇ ਮੁਰਝਾਣ ਦੀ ਥਾਂ ਖਤਮ ਹੀ ਕਰ ਦਿੱਤੇ ਗਏ। there is a lot of pain। ਤੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਵੀ ਇਸੇ ਗੱਲ ਨੂੰ ਕਰਦਾ, ਕਹਿੰਦੇ ਕਿ ਜਿਹੜੇ ਦੁੱਖ ਨੇ ਨਾ ਸਾਡੇ, ਜਦ ਅਸੀਂ ਸਰੀਰ ਵੱਲ ਦੇਖਦੇ ਹਾਂ, ਇਨਫੈਕਟ the exact line is ਦਰਦ ਹੋਵੇ ਦੁੱਖ ਰਹੇ ਸਰੀਰ, ਐਸਾ ਦਾਰੂ ਲੱਗੇ ਨਾ ਵੀਰ। we do feel the pain। ਅਸੀਂ ਇਮੋਸ਼ਨਲ ਲੈਵਲ ਤੇ ਡੈਫੀਨਿਟਲੀ ਸਾਈਕੋਲੋਜੀਕਲ ਲੈਵਲ ਤੇ ਕਰ ਰਹੇ ਹਾਂ। ਜੇ ਸਾਡੇ ਘਰ ਵਿੱਚ ਹੋ ਜਾਵੇ ਜਾਂ ਆਪਣੇ ਆਪ ਤੇ ਹੋ ਜਾਵੇ ਫਿਰ ਅਸੀਂ ਫਿਜ਼ੀਕਲ ਪੇਨ ਵੀ ਫੀਲ ਕਰਦੇ ਹਾਂ। ਕਹਿੰਦੇ ਦੁੱਖ ਹੋਵੇ, ਦੁੱਖ ਤਾਂ ਲੱਗਦਾ ਹੈਗਾ, ਸਰੀਰ ਨੂੰ ਵੀ ਲੱਗਦਾ ਹੈਗਾ, ਬਟ ਜਿਹੜਾ ਅਸੀਂ ਦਾਰੂ ਲੱਭ ਰਹੇ ਹਾਂ, ਜਿਹੜੀ ਮੈਡੀਸਨ, ਜਿਹੜੀ ਰੈਮੇਡੀ ਲੱਭ ਰਹੇ ਹਾਂ, ਉਹ ਕੰਮ ਨਹੀਂ ਕਰ ਰਹੀ। ਦਿਸ ਇਜ਼ ਵਾਟ ਸ਼ਬਦ ਇਜ਼ ਸੇਇੰਗ। ਕਹਿੰਦੇ ਦਵਾਈ ਕੋਈ ਹੋਰ ਲਾਈ ਜਾਂਦੇ ਆ, ਪੇਨ ਕੁਝ ਹੋਰ ਹੋ ਰਿਹਾ। ਐਂਡ ਦਿਸ ਇਜ਼ ਵਾਟ ਵੀ ਡੂ। ਆਪਾਂ ਹਰੇਕ ਚੀਜ਼ ਦਾ ਇੱਕੋ ਸੋਲੂਸ਼ਨ ਬਣਾ ਲਿਆ, ਬਟ ਜੀ ਨਾਮ ਜਪੋ। ਦੇਖੋ ਮੈਂ ਨਾਮ ਜਪਣ ਦੇ ਖਿਲਾਫ ਨਹੀਂ ਹਾਂ, ਮਾਈਂਡ ਨਾ ਕਰਿਓ। ਨਾਮ ਜਪਣ ਵਾਲਾ ਕਰਦਾ ਕੀ ਹੈ, ਮੈਂ ਉਹਦੇ ਵੱਲ ਆ ਰਿਹਾ ਤੇ ਹਿਸਟਰੀ ਵਿੱਚ ਉਹ ਗੱਲ ਕਰਾਂਗਾ। ਨਾਮ ਤਾਂ ਅਸੀਂ ਜਪਣਾ ਹੀ ਹੈ ਐਵਰੀਡੇ। ਵਾਹਿਗੁਰੂ ਨੂੰ ਨਹੀਂ ਯਾਦ ਕਰਾਂਗੇ ਤੇ ਸਭ ਕੁਝ ਖਤਮ ਹੋ ਜਾਊਗਾ। ਉਹ ਤਾਂ ਪਹਿਲੀ ਗੱਲ ਆ ਗਈ, ਫਿਰ ਤਾਂ ਮਾਈਂਡ ਫੋਰਨ ਹੋ ਗਿਆ ਸਾਡਾ। ਇਨਫੈਕਟ ਜੇ ਅਸੀਂ ਨਹੀਂ ਕੁਝ ਕਰ ਰਹੇ ਹਾਂ, ਮੈਂ ਤੁਹਾਨੂੰ ਇਹ ਸਬਮਿਟ ਕਰ ਰਿਹਾ, ਅਸੀਂ ਵੀ ਉਦਾਂ ਦੇ ਮੈਂਟਲੀ ਫੋਰਨਰਸ ਬੈਠੇ ਹਾਂ। ਅਸੀਂ ਇੱਕ ਢੋਂਗ ਜਿਹਾ ਕਰ ਰਹੇ ਹਾਂ। ਜਿਵੇਂ ਗੁਰਬਾਣੀ ਵਿੱਚ ਹੀ ਆਉਂਦਾ ਨਾ ਕਿ ਜਿਵੇਂ ਇੱਕ ਬਗਲਾ ਅੱਖਾਂ ਨੂੰ ਬੰਦ ਕਰਕੇ ਢੋਂਗ ਕਰਦਾ, ਫਿਸ਼ ਤੇ ਸਵਾਨ ਦਾ, ਆਈ ਮੀਨ ਕਰੇਨ ਤੇ ਸਵਾਨ ਦਾ ਹੀ ਫਰਕ ਹੈ ਨਾ। ਅੱਖਾਂ ਦੋਨਾਂ ਦੀਆਂ ਬੰਦ ਨੇ, ਦੋਨੋਂ ਹੀ ਚਿੱਟੇ ਨੇ, ਬਟ ਇੱਕ ਐਕਚੁਅਲੀ ਜੁੜਿਆ ਹੋਇਆ, ਇੱਕ ਢੋਂਗ ਕਰ ਰਿਹਾ ਜੁੜਨ ਦਾ। ਤੇ ਗੁਰਬਾਣੀ ਕਹਿ ਰਹੀ ਹੈ ਜਿਹੜਾ ਜੁੜਿਆ ਹੋਇਆ ਫਿਰ ਉਹ ਗਲਤ ਦਾਰੂ ਨਹੀਂ ਕਰੂਗਾ, ਗਲਤ ਮਲਮ ਨਹੀਂ ਲਾਊਗਾ, ਫਿਰ ਉਹ ਐਕਚੁਅਲ ਸੋਲੂਸ਼ਨ ਕੀ ਹੈ ਉਹਦੇ ਵੱਲ ਕਰੂਗਾ। ਅਦਰਵਾਈਜ਼ ਦੁੱਖ ਜਿਹੜੇ ਨੇ, ਗੁਰੂ ਸਾਹਿਬ ਕਹਿੰਦੇ ਨੇ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਲਿਸਟ ਦਿੱਤੀ ਹੋਈ ਹੈ ਦੁੱਖਾਂ ਦੀ। ਇੱਕ ਸੈਪਰੇਸ਼ਨ ਦਾ ਦੁੱਖ ਹੈਗਾ। ਵਰਲਡਲੀ ਲੈਵਲ ਤੇ ਵੀ ਅਸੀਂ ਸੈਪਰੇਸ਼ਨ ਦੇ ਦੁੱਖ ਵਿੱਚ ਹੁੰਦੇ ਹਾਂ। ਕੋਈ ਚਲਾ ਜਾਵੇ ਪਿਆਰਾ ਇੱਥੋਂ, ਸਾਨੂੰ ਥੋੜਾ ਵਿਰਾਗ ਵੀ ਆਉਂਦਾ। ਡਿਵਾਈਨ ਲੈਵਲ ਤੇ ਵੀ ਜਿਨ੍ਹਾਂ ਨੂੰ ਰੱਬ ਨਾਲ ਇਸ਼ਕ ਹੋ ਜਾਂਦਾ, ਉੱਥੇ ਵੀ ਵਿਛੋੜੇ ਦਾ ਦੁੱਖ ਆ। ਇੱਕ ਦੁੱਖ ਭੁੱਖ, ਇੱਕ ਸਾਡੀ ਗਰੀਡ, ਸਾਡੀ ਹੰਗਰ। ਆ ਮੂਵੀ ਵੀ ਆਈ ਸੀ ਪਿੱਛੇ ਹੰਗਰ ਗੇਮਸ ਦਾ, ਬੰਦਾ ਕੀ ਕਰਦਾ ਹੈਗਾ ਸਰਵਾਈਵਲ ਲਈ, ਕਹਿੰਦੇ ਉਹ ਵੀ ਬੜਾ ਦੁੱਖ ਲੱਗਦਾ। ਫਿਰ ਕਿਹੜਾ ਦੁੱਖ ਆ? ਇੱਕ ਦੁੱਖ ਸਖਤ ਵਾਰ ਜਮਦੂਤ। ਇਹ ਹੈਗਾ ਦਾ ਫੀਅਰ ਆਫ ਡੈਥ। ਵੀ ਆਲ ਹੈਵ ਦਿਸ। ਆ ਜਿਹੜੀ ਸੈਂਸਲੈਸ ਵਾਇਲੈਂਸ ਵਿੱਚੋਂ ਸਾਡਾ ਇੱਕ ਉਹ ਵੀ ਨਿਕਲਦਾ। ਫਿਰ ਅਸੀਂ ਕਹਿੰਦੇ ਆ ਯਾਰ ਉੱਥੇ ਜਾਈਏ ਜਾਂ ਨਾ ਜਾਈਏ ਜਿੱਥੇ ਸੈਂਸਲੈਸ ਵਾਇਲੈਂਸ ਹੋ ਰਹੀ ਹੁੰਦੀ ਹੈ। ਇਨਫੈਕਟ ਫਿਰ ਉੱਥੇ ਕਿਹਾ ਜਾਂਦਾ ਹੈਗਾ, ਜਿਹੜੇ ਐਕਚੁਅਲੀ ਸੁਚੱਜੇ ਬੰਦੇ ਉਹ ਕਹਿੰਦੇ ਨੇ ਜ਼ਰੂਰ ਜਾਓ। ਜੇ ਤੁਸੀਂ ਜਾਣਾ ਬੰਦ ਕਰ ਦੋਗੇ ਫਿਰ ਤਾਂ the people who were doing this they won। ਭਾਵੇਂ ਸਕੂਲ ਵਿੱਚ ਜਾਣਾ, ਭਾਵੇਂ ਮਾਲ ਵਿੱਚ ਜਾਣਾ, ਭਾਵੇਂ ਗੁਰਦੁਆਰੇ ਵਿੱਚ ਜਾਣਾ, ਭਾਵੇਂ ਦਰਬਾਰ ਸਾਹਿਬ ਜਾਣਾ। I'm relating all this ਕਿਉਂਕਿ ਸਾਡੀ ਸਾਈਕੀ ਦਾ ਹਿੱਸਾ ਹੈਗਾ। ਜੇ ਅਸੀਂ ਉਹ ਕੰਮ ਕਰਨੇ ਬੰਦ ਕਰਤੇ, ਜਿਹਦਾ ਦਿਮਾਗ ਖਰਾਬ ਹੋਇਆ ਸੀ ਜਿਹਨੇ ਉਹ ਕੰਮ ਕੀਤੇ ਨੇ, ਫਿਰ ਤਾਂ ਉਹ ਜਿੱਤ ਗਿਆ। ਜੇ ਅਸੀਂ ਉਹ ਕੰਮ ਨਹੀਂ ਬੰਦ ਕੀਤੇ ਜਿਹੜੇ ਸਾਨੂੰ ਕਰਨੇ ਚਾਹੀਦੇ ਸੀ, then we are surviving। ਸੋ ਤਿੰਨ ਦੁੱਖਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਇਸ ਲਾਈਨ 'ਚ ਕਿ ਇੱਕ ਤਾਂ ਸੈਪਰੇਸ਼ਨ ਦਾ ਹੈਗਾ, ਰੱਬ ਵੱਲੋਂ ਵੀ ਸੈਪਰੇਸ਼ਨ ਹੋਈ ਹੈ ਸਾਡੀ। ਉਹਦਾ ਵੀ ਕਈਆਂ ਨੂੰ ਜਿਹਦੇ ਨਾਲ ਪਿਆਰ ਹੁੰਦਾ, ਜਿਹੜਾ ਉਸ ਤੋਂ ਸੈਪਰੇਟ ਹੋ ਜਾਂਦਾ, ਉਹਨੂੰ ਬਹੁਤ ਤੰਗ ਕਰਦਾ। ਫਿਰ ਉਹ ਕਿਸੇ ਦਾ ਵਰਲਡਲੀ ਲੈਵਲ ਤੇ ਵੀ ਪਿਆਰ ਹੋਵੇ, ਤੁਹਾਨੂੰ ਪਤਾ ਫੋਨਾਂ ਦੇ ਬਿੱਲ ਕਿੰਨੇ ਵੱਜ ਜਾਂਦੇ ਨੇ, ਬਾਰ-ਬਾਰ ਗੱਲ ਕਰਨ ਦਾ ਜੀ ਕਰਦਾ। ਭੁੱਖ ਦਾ ਇੱਕ ਦੁੱਖ, ਤੇ ਜਿਹੜਾ ਤੀਸਰਾ ਦੁੱਖ ਜਿਹਦੀ ਸਾਨੂੰ ਬਹੁਤ ਸਖਤ ਇਸ ਵੇਲੇ ਸਾਨੂੰ ਸਾਰਿਆਂ ਨੂੰ ਪਤਾ, ਦਿਸ ਫੀਅਰ ਆਫ ਜਮਦੂਤ, ਜਿਹੜਾ ਆਈਡੀਆ ਫੀਅਰ ਆਫ ਡੈਥ। ਉਸ ਡੈਥ ਦੇ ਫੀਅਰ 'ਚੋਂ ਅਸੀਂ ਬੜਾ ਕੁਝ ਆਪਣੀ ਲਾਈਫ ਵੀ ਚੇਂਜ ਕਰ ਦਿੰਦੇ ਹਾਂ। ਫੀਅਰ ਨੂੰ ਕਨਫਰੰਟ ਨਹੀਂ ਕਰਦੇ। ਅਸੀਂ ਕਹਿੰਦੇ ਯਾਰ ਇਹ ਤੋਂ ਬਚਣ ਲਈ ਕੁਝ ਹੋਰ ਕਰੋ, ਉੱਥੇ ਜਾਓ ਹੀ ਨਾ, ਆਪਾਂ ਕੀ ਲੈਣਾ, ਇਸ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਕਰ ਦਿੰਦੇ ਆ। ਤੇ ਨੈਕਸਟ ਲਾਈਨ ਗੁਰੂ ਸਾਹਿਬ ਕਹਿ ਰਹੇ ਨੇ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਕਹਿੰਦੇ ਜਿਹੜਾ ਸਭ ਤੋਂ ਵੱਡਾ ਰੋਗ ਹੈਗਾ ਉਹ ਤਾਂ ਲਾਈਫ ਵਿੱਚ ਇੱਕ ਲੱਗਿਆ ਹੋਇਆ, ਤੇ ਉਹਦੀ ਦਾਰੂ ਅਸੀਂ ਲੱਭ ਨਹੀਂ ਰਹੇ। ਤੇ ਜਿਹੜੇ ਬਾਕੀ ਛੋਟੇ ਮੋਟੇ ਦੁੱਖ ਨੇ ਅਸੀਂ ਉਹਨਾਂ ਦੇ ਵੱਲ ਇਸ਼ਾਰਾ ਕਰੀ ਜਾ ਰਹੇ ਹਾਂ। ਮਤਲਬ ਇਹ ਗੁਰੂ ਸਾਹਿਬ ਕਹਿ ਰਹੇ ਨੇ ਕਿ ਸਭ ਤੋਂ ਵੱਡਾ ਦੁੱਖ ਹੈਗਾ ਜਿਹੜਾ ਅਸੀਂ ਰੋਗ ਸਾਰੇ ਅਸੀਂ ਬੈਠੇ ਹਾਂ। ਮੈਂਟਲ ਡਿਸਕਨੈਕਟ ਸਾਡਾ ਚੱਲ ਰਿਹਾ ਹੈਗਾ ਹਿਊਜ ਲੈਵਲ ਤੇ। ਸਾਰੀ ਦੁਨੀਆ ਦੇ ਨਾਲ ਸਾਡਾ ਕੋਈ ਕਨੈਕਸ਼ਨ ਨਹੀਂ ਹੈ, ਨਹੀਂ ਸਾਡੇ ਆਲੇ ਦੁਆਲੇ ਨਾਲ ਸਾਡਾ ਕਨੈਕਸ਼ਨ ਹੈ ਨਹੀਂ। ਕਹਿੰਦੇ ਸਭ ਤੋਂ ਵੱਡਾ ਦੁੱਖ ਇਹ ਹੈਗਾ। ਤੇ ਕਿਉਂਕਿ ਇਹ ਡਿਸਕਨੈਕਟ ਚੱਲ ਰਿਹਾ, ਸਾਨੂੰ ਇਹ ਵੀ ਨਹੀਂ ਸਮਝ ਆ ਰਿਹਾ ਕਿ ਕਿਹੜੀ ਅਸੀਂ ਰੈਮੇਡੀ, ਕਿਹੜੀ ਅਸੀਂ ਮੈਡੀਸਨ, ਕਿਹੜਾ ਸੋਲੂਸ਼ਨ ਲੱਭੀਏ। ਐਂਡ ਵੀ ਹੈਵ ਟੂ ਰੀਅਲੀ ਥਿੰਕ ਅਬਾਊਟ ਦਿਸ ਵਨ। ਕਿਉਂਕਿ ਇਹ ਜਿਹੜਾ ਹੈਗਾ ਨਾ, ਆਪਣੇ ਆਲੇ ਦੁਆਲੇ ਦਾ ਨਹੀਂ ਪਤਾ ਹੋਣਾ, ਆਪਣੇ ਆਪ ਨਾਲ ਨਹੀਂ ਜੁੜੇ ਹੋਣਾ, ਦੈਟਸ ਵਾਟ ਕ੍ਰੀਏਟਸ ਮੈਂਟਲ ਇਸ਼ੂਜ਼। ਮੈਂਟਲ ਇਸ਼ੂਜ਼ ਹਰੇਕ ਨਾਲ ਹੋ ਰਹੇ ਨੇ, ਸਾਡੇ ਵੀ ਹੈ। ਇਹ ਸਿਰਫ ਉਹਦੀ ਗੱਲ ਨਹੀਂ ਆ ਜਿਹੜੇ ਮੁੰਡੇ ਨੇ ਮਾਰੇ ਬੰਦੇ ਤੇ ਆਪਣੀ ਮਾਂ ਦੀ ਗਨਸ ਨੂੰ ਯੂਜ਼ ਕਰਕੇ ਕੀਤਾ, ਜਾਂ ਜਿਹਨੇ ਓਕਵਿਲ ਵਿੱਚ ਇਦਾਂ ਕੀਤਾ ਸੀ, ਜਾਂ ਅਰੋਰਾ ਵਿੱਚ ਕੀਤਾ ਸੀ, ਜਾਂ ਹਿੰਦੁਸਤਾਨ ਵਿੱਚ ਕਰ ਰਹੇ ਆ, ਪੂਰੀ ਦੁਨੀਆ ਵਿੱਚ ਜਿਹੜੇ ਵਰਲਡ ਕਾਨਫਲਿਕਟ ਚੱਲ ਰਹੇ ਨੇ, ਸਾਰੀ ਥਾਵਾਂ ਤੇ ਮੇਨ ਇਸ਼ੂ ਆ ਜਾਂਦਾ, ਦੇ ਆਰ ਡਿਸਕਨੈਕਟਡ। ਸੋ ਵੀ ਹੈਵ ਟੂ ਰੀਅਲੀ ਗੋ ਬੈਕ ਟੂ ਹਾਊ ਡੂ ਵੀ ਕਨੈਕਟ। ਕਨੈਕਸ਼ਨ ਸਾਡਾ ਰੱਬ ਦੇ ਨਾਲ ਹੋਣਾ। ਇਹ ਆਪਣੇ ਆਪ ਨੂੰ ਕੱਲਾ ਗਨ ਕਲੀਨਰ ਬਣਾਉਣਾ ਨਹੀਂ ਸਾਨੂੰ ਚਾਹੀਦਾ। ਐਕਚੁਅਲੀ ਅਸੀਂ ਜਿਹੜਾ ਮੀਰੀ ਪੀਰੀ ਦਾ ਆਈਡੀਆ ਕਿਵੇਂ ਲੈ ਕੇ ਆਈਏ, ਵਾਹਿਗੁਰੂ ਨਾਲ ਸਾਡਾ ਕਨੈਕਸ਼ਨ ਕਿਵੇਂ ਜੁੜਿਆ ਹੋਵੇ, ਇਹਦੇ ਬਾਰੇ ਅਸੀਂ ਜ਼ਰੂਰ ਤਵੱਜੋ ਦਈਏ। ਹਿਸਟਰੀ ਵਿੱਚ ਆਪਾਂ ਇਹਨੂੰ ਹੁਣ ਜੋੜੀਏ।
ਸਾਹਿਬਜ਼ਾਦਿਆਂ ਦੇ ਨਾਲ, ਮਾਤਾ ਗੁਜਰੀ ਦੇ ਨਾਲ, ਉਹਨਾਂ ਦੇ ਗ੍ਰੈਂਡਫਾਦਰ ਦੇ ਨਾਲ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬੜਾ ਕਲੀਅਰਲੀ ਸਾਨੂੰ ਦੱਸਤਾ। ਅਸੀਂ ਸਾਰੇ ਆਪਾਂ ਕਹਿੰਦੇ ਨਾ ਗਿਆਨ ਚਾਹੀਦਾ, ਵਾਹਿਗੁਰੂ ਦਾ ਗਿਆਨ ਹੋ ਜਾਵੇ, ਰੱਬ ਦੇ ਨਾਲ ਇਸ਼ਕ ਹੋ ਜਾਵੇ, ਇਸ ਤਰ੍ਹਾਂ ਦੀ ਆਪਾਂ ਗੱਲਾਂ ਕਰਦੇ ਆ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਲੀਅਰਲੀ ਦੱਸਿਆ ਕਿ ਜਿਹੜਾ ਕਿਸੇ ਤੋਂ ਡਰਦਾ ਤਾਂ ਜਿਹੜਾ ਕਿਸੇ ਨੂੰ ਡਰਾਉਂਦਾ ਉਹ ਕਦੇ ਵੀ ਗਿਆਨੀ ਬਣ ਹੀ ਨਹੀਂ ਸਕਦਾ। ਬੜਾ ਕਲੀਅਰਲੀ ਲਿਖਤਾ। ਅਸੀਂ ਗਿਆਨੀ ਦੀ ਕੁਝ ਹੋਰ ਡੈਫੀਨੇਸ਼ਨ ਬਣਾਤੀ। ਅੱਜ ਕੱਲ੍ਹ ਡੈਫੀਨੇਸ਼ਨਾਂ ਦਾ ਵੀ ਬੜਾ ਜ਼ੋਰ ਆ। Everyone wants to know how do you define this, what's your take on it? Well, here is Guru Tegh Bahadur Pasha's take. He says ਇਹ clarity ਆਪਣੇ ਦਿਮਾਗ ਵਿੱਚ ਲੈ ਆਓ, ਦਿਮਾਗ ਵਿੱਚ, ਮਨ ਦੇ ਵੱਲ ਉਹਨਾਂ ਨੇ ਕਿਹਾ, ਕਿਉਂਕਿ ਵੈਸੇ ਤਾਂ ਅਸੀਂ ਕਲੀਅਰ ਹੈ, ਮਨ ਦੇ ਵਿੱਚ ਨਹੀਂ ਕਲੀਅਰ, ਮਾਈਂਡ ਦੇ ਲੈਵਲ ਤੇ ਵੀ ਆਰ ਮੈਂਟਲੀ ਸਿਕ। ਗੁਰੂ ਤੇਗ ਬਹਾਦਰ ਪਾਤਸ਼ਾਹ ਕੀ ਕਹਿ ਰਹੇ ਨੇ? ਪਹਿ ਕਾਹੂ ਕੋ ਦੇਤਨੈ ਨੈ ਪਹਿ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ। ਕੰਨ ਲਈ ਨਹੀਂ ਲਿਖਿਆ, ਮਨ ਲਈ ਲਿਖਿਆ। ਗਿਆਨੀ ਤਾਹੇ ਬਖਾਨ। He says ਮਾਈਂਡ ਦੇ ਵਿੱਚ ਇੱਕ ਕਲੈਰਿਟੀ ਲੈ ਆਓ ਕਿ ਜਿਹੜਾ ਕਿਸੇ ਤੋਂ ਡਰਦਾ ਨਹੀਂ ਤਾਂ ਜਿਹੜਾ ਕਿਸੇ ਨੂੰ ਡਰਾਉਂਦਾ ਨਹੀਂ, ਅਸਲੀ ਗਿਆਨੀ ਉਹ ਆ ਨਾ। ਇਹ ਅਸੀਂ ਗਿਆਨੀ ਬਣ ਰਹੇ ਹਾਂ ਕਿ ਨਹੀਂ? ਅਸੀਂ ਡਰ ਵੀ ਬੜੀ ਛੇਤੀ ਜਾਂਦੇ ਆ ਤੇ ਕਈ ਸਾਨੂੰ ਦੇਖ ਕੇ ਘਬਰਾ ਜਾਂਦੇ ਨੇ, ਉਹ ਵੀ ਪ੍ਰੋਬਲਮ ਹੈ ਅਕੋਰਡਿੰਗ ਟੂ ਗੁਰੂ ਤੇਗ ਬਹਾਦਰ ਸਾਹਿਬ। Nobody should fear us and I should not fear anyone। ਇਹ ਮਾਹੌਲ, ਇਹ ਕਨੈਕਸ਼ਨ ਸਾਨੂੰ ਬਣਾਉਣ ਦੀ ਲੋੜ ਹੈ। This is ਗੁਰੂ ਤੇਗ ਬਹਾਦਰ ਪਾਤਸ਼ਾਹ in ਗੁਰੂ ਗ੍ਰੰਥ ਸਾਹਿਬ। ਇਹ ਕਨੈਕਸ਼ਨ ਉਹਨਾਂ ਨੇ ਮਾਤਾ ਗੁਜਰੀ ਦੇ ਕੋਲੋਂ ਛੋਟੇ ਸਾਹਿਬਜ਼ਾਦੇ ਨੇ ਕਿਵੇਂ ਲਿਆ, ਇਹ ਸੋਚਣਾ ਪੈਣਾ। ਬਿਕੋਜ਼ ਉਹਨਾਂ ਦੇ ਵੀ ਸਾਹਮਣੇ ਵੀ ਸੈਂਸਲੈਸ ਵਾਇਲੈਂਸ ਹੈ। ਉਹਨਾਂ ਦਾ ਜੇਲ੍ਹ ਵੀ ਕਰ ਦਿੱਤੀ ਗਈ। ਉਹਨਾਂ ਦਾ ਆਪਣਾ ਟਰਸਟਡ ਰਸੋਈਆ ਉਹਨਾਂ ਨੂੰ ਫੜਾ ਰਿਹਾ। ਸੋ ਲਾਈਫ ਵਿੱਚ ਬੜਾ ਕੁਝ ਹੁੰਦਾ, ਯੂ ਨੋ, ਪੀਪਲ ਵੀ ਟਰਸਟ ਪੋਲੀਟੀਕਲੀ ਸਪੀਕਿੰਗ। ਕਈ ਵਾਰ ਆਪਣੇ ਕਿਸੇ ਹੋਰ ਦੁੱਖ ਕਾਰਨ ਕਰਕੇ, ਕਿਸੇ ਦਾ ਦੁੱਖ ਪੈਸੇ ਵੀ ਹੋ ਸਕਦੇ ਨੇ, ਕਿਸੇ ਦਾ ਦੁੱਖ ਲਾਲਚ ਵੀ ਹੈਗਾ। ਇੱਥੇ ਆਇਆ ਸੀ ਇੱਕ ਦੁੱਖ ਭੁੱਖ। ਆਪਣੇ ਦੁੱਖਾਂ ਨੂੰ ਓਵਰਪਾਵਰ ਕਰਨ ਦੀ ਥਾਂ ਅਸੀਂ ਉਹਨਾਂ ਨੂੰ ਸਬਡਿਊ ਕਰਨ ਦੇ ਲਈ ਅਸੀਂ ਪੁੱਠੇ ਕੰਮ ਕਰਦੇ ਹਾਂ। ਤੇ ਛੋਟੇ ਸਾਹਿਬਜ਼ਾਦਿਆਂ ਨਾਲ ਤੇ ਵੱਡੇ ਸਾਹਿਬਜ਼ਾਦਿਆਂ ਨਾਲ ਵੀ ਇਦਾਂ ਦਾ ਹੋਇਆ। ਉਹ ਮਾਤਾ ਗੁਜਰੀ ਦੀ ਕਿਹੜੀ ਟ੍ਰੇਨਿੰਗ ਸੀਗੀ, ਉਹ ਕਿਹੜਾ ਨਿੱਘ ਸੀਗਾ ਕਿ ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਦੱਸਿਆ ਕਿ ਕੀ ਕਰੀਏ। ਇਹਦੇ ਬਾਰੇ ਦਸੰਬਰ ਦੇ ਮਹੀਨੇ 'ਚ ਇਹਦੇ ਬਾਰੇ ਗੱਲ ਹੁੰਦੀ ਹੈ, ਬਟ ਮੈਂ ਇਹਦਾ ਇੱਕ ਪਰਸਪੈਕਟਿਵ ਇੱਥੇ ਦੇਣਾ ਚਾਹਾਂਗਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਵੱਡੇ ਸਾਹਿਬਜ਼ਾਦੇ, ਤੁਹਾਨੂੰ ਪਤਾ ਕਿ 10ਵੇਂ ਪਾਤਸ਼ਾਹ ਇਜ਼ ਕੰਪੈਸ਼ਨੇਟ। ਆਪਾਂ ਉਹਨੇ ਸ਼ਬਦ ਸੁਣਿਆ ਸੀ ਨਾ ਕਿ ਗੁਰੂ ਕਿੰਨਾ ਕੰਪੈਸ਼ਨੇਟ ਹੈਗਾ। ਗੁਰੂ ਗੋਬਿੰਦ ਪਾਤਸ਼ਾਹ ਦੇ ਕੋਲ ਜਦੋਂ ਉਹਨਾਂ ਦੇ ਆਪਣੇ ਵੱਡੇ ਸਾਹਿਬਜ਼ਾਦੇ ਵੀ ਆ ਰਹੇ ਨੇ, ਉਹ ਕਹਿੰਦੇ ਨਹੀਂ, ਰਿਮੇਨ ਫੋਕਸ ਨਾਓ, ਯੂ ਆਰ ਫਾਈਟਿੰਗ ਅ ਪਾਰਟਿਕੂਲਰ ਬੈਟਲ। ਇਨਫੈਕਟ ਅੱਲਾ ਯਾਰ ਖਾਂ ਯੋਗੀ ਨੇ ਲਿਖਿਆ, ਕਹਿੰਦਾ ਕਿ ਜਦ 10ਵੇਂ ਪਾਤਸ਼ਾਹ ਨੂੰ ਪੁੱਛਿਆ ਨਾ ਕਿ ਵੱਡੇ ਸਾਹਿਬਜ਼ਾਦਿਆਂ ਬਾਰੇ ਉਹਨਾਂ ਦਾ ਕੀ ਖਿਆਲ ਹੈ, ਉਸ ਵੇਲੇ ਕੀ ਚੱਲ ਰਿਹਾ, ਸੋ ਉਰਦੂ ਵਿੱਚ ਲਿਖੀ ਲਾਈਨ ਤੇ ਮੈਨੂੰ ਬੜੀ ਵਧੀਆ ਲੱਗਦੀ ਹੈ ਲਾਈਨ। ਉਹ ਕਹਿੰਦੇ ਨੇ, ਕਹਿੰਦੇ ਰੱਬ ਕੋ ਨਾ ਵਿਸਾਰੋ ਤੁਮੇ ਅੱਲਾਹ ਕੋ ਸੌਂਪਾ। ਅਸੀਂ ਤਾਂ ਰੱਬ ਨੂੰ ਵਿਸਾਰੇ ਬੈਠੇ ਹਾਂ, ਤਾਂ ਸਾਡਾ ਕਨੈਕਸ਼ਨ ਜੇ ਹੈ ਨਹੀਂ ਤੇ ਸਾਡਾ ਸੋਲੂਸ਼ਨ ਕਿੱਥੋਂ ਵਧੀਆ ਹੋ ਜੂ। ਵਿਚ ਇਜ਼ ਅਰਲੀਅਰ ਸ਼ਬਦ, ਰੱਬ ਕੋ ਨਾ ਵਿਸਾਰੋ ਤੁਮੇ ਅੱਲਾਹ ਕੋ ਸੌਂਪਾ। ਦੈਟਸ ਵਾਟ ਹੀ ਇਜ਼ ਟੈਲਿੰਗ ਹਿਸ ਸਨਸ, ਵੱਡੇ ਸਾਹਿਬਜ਼ਾਦੇ ਇਨ ਦਾ ਬੈਟਲਫੀਲਡ। ਬੈਟਲਫੀਲਡ ਕੱਲੀ ਫਿਜ਼ੀਕਲ ਨਹੀਂ ਹੁੰਦੀ, ਬੈਟਲਫੀਲਡ ਸਾਡੀ ਰੋਜ਼ ਚੱਲ ਰਹੀ ਹੈ। ਇਹ ਮੈਂਟਲ ਪਹਿਲਾਂ ਹੈਗੀ ਤੇ ਜਿਹਨੂੰ ਮੈਂਟਲ ਕਲੈਰਿਟੀ ਆ ਜਾਂਦੀ ਹੈ ਉਹ ਫਿਜ਼ੀਕਲ ਬੈਟਲਫੀਲਡ ਲਈ ਵੀ ਤਿਆਰ ਹੋ ਜਾਂਦਾ। ਉਹ ਕਹਿੰਦੇ ਨੇ ਰੱਬ ਕੋ ਨਾ ਵਿਸਾਰੋ ਤੁਮੇ ਅੱਲਾਹ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮੇ ਅੱਲਾਹ ਕੋ ਸੌਂਪਾ। ਨਾ ਸਾਨੂੰ ਸਿੱਖੀ ਉਭਾਰਨੀ ਆ ਰਹੀ ਆ, ਨਾ ਵਾਹਿਗੁਰੂ ਨਾਲ ਜੁੜਨਾ ਕਿਵੇਂ ਇਹ ਪਤਾ ਲੱਗ ਰਿਹਾ। ਮੇਬੀ ਦਿਸ ਇਜ਼ ਅ ਪ੍ਰੋਬਲਮ। ਇਹ ਦੋਨੋਂ ਚੀਜ਼ਾਂ ਉਹਨਾਂ ਨੇ ਵੱਡੇ ਸਾਹਿਬਜ਼ਾਦਿਆਂ ਵਿੱਚ ਟ੍ਰਾਂਸਫਰ ਕਰਕੇ ਈਵਨ ਇਨ ਬੈਟਲਫੀਲਡ ਉਹਨਾਂ ਨੂੰ ਕਹਿ ਰਹੇ ਇਹ ਕਰੋ। ਜਦ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਭੇਜ ਰਹੇ ਨੇ, ਮੈਂ ਬੱਚਿਆਂ ਦੇ ਲੈਵਲ ਤੇ ਗੱਲ ਕਰ ਰਿਹਾ ਕਿ ਆਪਾਂ ਸਾਰੇ ਬੱਚੇ ਹਾਂ ਐਕਚੁਅਲੀ ਸਿੱਖੀ ਦੇ ਵਿੱਚ, ਵੀ ਆਰ ਆਲ ਚਿਲਡਰਨ। ਕਿਉਂਕਿ ਸਾਡੀ ਮੈਂਟਲ ਡਿਵੈਲਪਮੈਂਟ ਹੋਈ ਨਹੀਂ ਨਾ, ਸਾਡੀ ਸਾਈਕੋਲੋਜੀਕਲ ਡਿਵੈਲਪਮੈਂਟ ਵੀ ਨਹੀਂ ਹੋਈ। ਸਾਡੀ ਉਮਰਾਂ ਹੋ ਸਕਦੀਆਂ ਨੇ, ਕਿਸੇ ਦੀ 70-80 ਵੀ ਹੋ ਸਕਦੀ ਹੈ, 40 ਵੀ ਹੋ ਸਕਦੀ ਹੈ ਤੇ 7 ਵੀ ਹੋ ਸਕਦੀ ਹੈ। ਐਂਡ ਗੁਰਬਾਣੀ ਦੇ ਵਿੱਚ ਤੇ ਹਿਸਟਰੀ ਵਿੱਚ ਸਾਡਾ ਬੜਾ ਕਲੀਅਰਲੀ ਆਇਆ ਕਿ 5 ਸਾਲ ਦਾ ਬੱਚਾ ਵੀ ਤੇ 70 ਸਾਲ ਦਾ ਬੰਦਾ ਵੀ ਸਾਰੇ ਗੁਰੂ ਬਣ ਕੇ ਦਿਖੇ। which means it has to do with your emotional, psychological, spiritual development. Physical age ਕੋਈ ਮਤਲਬ ਨਹੀਂ ਰੱਖਦੀ ਸਿੱਖੀ ਦੇ ਵਿੱਚ। ਤੇ ਉੱਥੇ ਜਦ ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਨੂੰ ਭੇਜ ਰਹੇ ਨੇ, does she tell them ਕਿ ਕੋਰਟ ਵਿੱਚ ਜਾ ਕੇ ਕੀ ਬੋਲਣਾ? No, there is not a single version of ਸਾਖੀ। ਆਪਾਂ ਅੱਜ ਕੱਲ੍ਹ ਇਹ ਕਰਦੇ ਹਾਂ, ਆਪਾਂ ਆਪਣੇ ਬੱਚਿਆਂ ਨੂੰ ਕਹਿੰਦੇ ਹਾਂ ਇਹ ਕਰੋ ਤੇ ਇਹ ਨਾ ਕਰੋ, ਫਿਰ ਅਸੀਂ ਕਹਿੰਦੇ ਉਹ ਗੱਲ ਨਹੀਂ ਮੰਨਦੇ ਸਾਡੀ। I am also going through this, I have 2 kids too। ਕਿਉਂਕਿ ਅਸੀਂ ਉਹਨਾਂ ਦੀ ਪਰਵਰਿਸ਼, ਪੇਰੈਂਟਿੰਗ ਨਹੀਂ ਕਰ ਪਾ ਰਹੇ ਉਸ ਲੈਵਲ ਦੀ ਜਿਹੜੀ ਜੋੜਨ ਵਾਲੀ ਹੈ, ਸਾਨੂੰ ਨਹੀਂ ਸਮਝ ਆ ਰਿਹਾ। ਮਾਤਾ ਗੁਜਰੀ ਕੋਲ ਵੀ ਉਹ ਬੈਠੇ ਨੇ ਐਂਡ ਇਟਸ ਅ ਵੈਰੀ ਕੋਲਡ ਡੇ। ਯੂ ਥਿੰਕ ਟੁਡੇ ਇਜ਼ ਕੋਲਡ? ਠੰਡਾ ਬੁਰਜ, ਉੱਥੇ ਬਹੁਤ ਠੰਡ ਸੀਗੀ। ਦੈਟ ਵਾਸ ਅ ਵਾਚ ਟਾਵਰ, ਉੱਥੇ ਉਹਨਾਂ ਨੂੰ ਇੰਪ੍ਰਿਜ਼ਨ ਕੀਤਾ ਗਿਆ ਸੀਗਾ। ਤੇ all she says to them is just remember who you are। and you know, do we tell our children, ਅਸੀਂ ਇਹ ਲੈਗੇਸੀ ਪਾਸ ਕਰ ਰਹੇ ਹਾਂ ਸਾਹਿਬਜ਼ਾਦਿਆਂ ਦੀ? do we remind ourselves who we are? ਅਸੀਂ ਰੱਬ ਦਾ ਅੰਸ਼ ਹੈਗੇ।